ਹੈਲੋ एवरीवन, ਕਿਵੇਂ ਹੋ ਸਾਰੇ? ਸਭ ਠੀਕ ਠਾਕ। ਚਲੋ ਅੱਜ ਦਾ ਆਪਣਾ ਟੌਪਿਕ ਹੈ, ਆਪਾਂ ਸਟਾਰਟ ਕਰਦੇ ਰਹੇ ਸਰਵ ਸਿੱਖਿਆ ਅਭਿਆਨ। ਠੀਕ ਹੈ, SSA ਇਨ ਦ ਟਰਮ ਆਫ ਇਨਕਲੂਸਿਵ ਐਜੂਕੇਸ਼ਨ। ਇੱਕ ਠੀਕ ਹੈ, ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦੱਸਦੀ ਹਾਂ ਕਿ ਜਿਵੇਂ ਕਿ ਆਪਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੇਪਰ ਆ ਚੁੱਕਿਆ ਸਾਡਾ। ਠੀਕ ਹੈ, ਨੈਟ ਦਾ ਪੇਪਰ ਆਪਣਾ 6 ਅਕਤੂਬਰ ਤੋਂ ਲੈ ਕੇ 17 ਅਕਤੂਬਰ ਦੇ ਵਿੱਚ ਕਦੋਂ ਵੀ ਪੇਪਰ ਹੋ ਸਕਦਾ ਹੈ। ਅਤੇ ਥੋੜ੍ਹਾ ਟਾਈਮ ਥੋੜ੍ਹਾ ਘੱਟ ਹੈ, ਅਤੇ ਆਪਾਂ ਕੀ ਕਰਾਂਗੇ ਕਿ ਇਸ ਜਿਹੜਾ ਇਹ ਵਾਲਾ ਯੂਨਿਟ ਹੈ 10 ਯੂਨਿਟ ਦਾ ਮੈਂ ਤੁਹਾਨੂੰ ਪ੍ਰੋਪਰ ਥਿਊਰੀ ਕਰਾਵਾਂਗੀ, ਥਿਊਰੀ ਵਰਕ ਕਰਾਵਾਂਗੀ। ਅਤੇ ਉਹ ਤੋਂ ਬਾਅਦ ਆਪਾਂ ਕੁਐਸਚਨ ਆਨਸਰਸ ਕਰਾਂਗੇ, MCQ ਪ੍ਰੈਕਟਿਸ ਕਰਾਂਗੇ। ਔਰ ਜਿੰਨੇ ਵੀ ਹੋਰ ਯੂਨਿਟਸ ਹੈਗੇ ਆਪਾਂ ਉਸ 'ਤੇ ਵੀ ਰਿਗਾਰਡਿੰਗ ਮੈਂ MCQ ਸੀਰੀਜ਼ ਲੈ ਕੇ ਆਊਂਗੀ, ਸੋ ਦੈਟ ਕਿ ਤੁਹਾਨੂੰ ਤੁਸੀਂ ਛੋਟੇ ਜਿਹੇ ਕਿ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਕਿ ਤੁਸੀਂ ਪ੍ਰੈਕਟਿਸ ਕਰੋਗੇ ਮੋਰ ਕੁਐਸਚਨ। ਅਗਰ ਤੁਸੀਂ ਜਿੰਨਾ ਪ੍ਰੈਕਟਿਸ ਕਰੋਗੇ ਕੁਐਸਚਨ ਦੇ ਉਹਨਾਂ ਤੁਹਾਨੂੰ ਜ਼ਿਆਦਾ ਹੋਏਗਾ। ਠੀਕ ਹੈ, ਔਰ ਥਿਊਰੀ ਤਾਂ ਚਲੋ ਆਪਾਂ ਨਾਲ ਨਾਲ ਕਰਦੇ ਰਵਾਂਗੇ। ਇਹ ਵਾਲਾ ਯੂਨਿਟ ਤਾਂ ਆਪਾਂ ਪ੍ਰੋਪਰ ਥਿਊਰੀ ਵਰਕ ਕਰਾਂਗੇ, ਕਿਉਂਕਿ ਇਸ ਯੂਨਿਟ ਤੋਂ ਯੂਨਿਟ ਨੰਬਰ ਜਿਹੜਾ ਆਪਣਾ 10 ਹੈ ਨਾ, ਇਸ 'ਚੋਂ 10 ਤੋਂ ਤੁਹਾਨੂੰ ਸਭ ਨੂੰ ਪਤਾ ਹੈਗਾ ਕਿ ਹਰ ਯੂਨਿਟ ਤੋਂ 10 ਕੁਐਸਚਨ ਆਉਂਦੇ ਹੈ ਨਾ। 10 ਕੁਐਸਚਨ ਤਾਂ ਹਰ ਯੂਨਿਟ ਤੋਂ ਆਉਂਦੇ ਨੇ, ਤਾਂ ਐਟਲੀਸਟ ਇਹ ਯੂਨਿਟ ਆਪਾਂ ਪ੍ਰੋਪਰ ਥਿਊਰੀ ਕਰੀ ਹੈ ਨਾ ਇਸ ਦੀ। ਮੈਂ ਹਰ ਟੌਪਿਕ ਤੁਹਾਨੂੰ ਕਰਾਵਾਂਗੀ। ਠੀਕ ਹੈ, ਆਫਟਰ ਦੈਟ ਆਪਾਂ ਕੁਐਸਚਨ ਆਨਸਰਸ ਕਰਾਂਗੇ। ਅਤੇ ਮਤਲਬ 20 ਮਾਰਕਸ ਦਾ ਤੁਹਾਡੇ ਮਤਲਬ ਬਣ ਸਕਦੇ ਆ। ਠੀਕ ਹੈ, ਤਾਂ 20 ਮਾਰਕਸ ਦਾ ਆਪਾਂ ਪ੍ਰੋਪਰ ਥਿਊਰੀ ਵਰਕ ਕਰਾਂਗੇ। ਔਰ ਜਿੰਨੇ ਹੋਰ ਯੂਨਿਟਸ ਹੈ ਉਹਨਾਂ ਦੇ ਆਪਾਂ ਕੁਐਸਚਨ ਆਨਸਰ ਸੀਰੀਜ਼ ਕਰਾਂਗੇ, ਕਿਉਂਕਿ ਇੱਕ ਮਹੀਨਾ ਹੀ ਰਹਿ ਗਿਆ, ਕੋਈ ਸੰਬਰ ਹੀ ਰਹਿ ਗਿਆ। ਠੀਕ ਹੈ, ਤਾਂ ਆਪਾਂ ਜਿੰਨਾ ਹੋ ਸਕੇ ਉਨੀ ਜ਼ਿਆਦਾ ਆਪਣਾ ਸਿਲੇਬਸ ਨੂੰ ਥੋੜ੍ਹਾ ਔਰ ਕਰਾਂਗੇ। ਠੀਕ ਹੈ, ਔਰ ਪੇਪਰ 1 ਜਿਹੜਾ ਆਪਣਾ ਪੇਪਰ 1 ਹੈ ਉਸ ਨੂੰ ਵੀ ਤੁਸੀਂ ਨਾਲ ਨਾਲ ਪੜ੍ਹਦੇ ਰਹਿਣਾ ਹੈ। ਪੇਪਰ 1 ਇਜ਼ ਵੈਰੀ ਈਜ਼ੀ। ਠੀਕ ਹੈ, ਤਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਪੇਪਰ 1 ਦੀ ਅਲੱਗ ਵੀਡੀਓ ਬਣਾਵਾਂ ਕਿ ਤੁਹਾਨੂੰ ਦੱਸਾਂ ਕਿ ਕਿਵੇਂ ਤੁਸੀਂ ਕਿਵੇਂ ਪੜ੍ਹਨੀ ਹੈ ਪੇਪਰ 1 ਦੇ, ਉਸ 'ਚ ਵੀ 10 ਯੂਨਿਟਸ ਹੈ ਜਿਵੇਂ ਸਭ ਨੂੰ ਪਤਾ ਹੈ। ਠੀਕ ਹੈ, ਉਸ ਨੂੰ ਵੀ ਤੁਸੀਂ ਪ੍ਰੋਪਰ ਵੇ ਨਾਲ ਪੜ੍ਹਨਾ ਹੈ। ਠੀਕ ਹੈ, ਅਗਰ ਤੁਸੀਂ ਸਿਸਟਮੈਟਿਕ ਪੜ੍ਹਦੇ ਹੋ ਨਾ ਯੂਨਿਟ ਨੂੰ, ਡੈਫੀਨੇਟਲੀ ਤੁਹਾਡਾ ਪੇਪਰ ਕਲੀਅਰ ਹੋਏਗਾ। ਠੀਕ ਹੈ, ਔਰ ਤੁਸੀਂ ਅਗਰ ਤੁਹਾਨੂੰ ਲੱਗਦਾ ਹੈ ਕਿ ਪੇਪਰ 1 ਨੂੰ ਕਿਵੇਂ ਤਿਆਰ ਕਰਨਾ ਹੈ, ਅਤੇ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਕਿ ਪੇਪਰ 1 ਦੇ ਵਾਸਤੇ ਵੀ ਕਿਉਂਕਿ ਆਪਾਂ ਪੇਪਰ 2 ਦੀ ਤਿਆਰੀ ਕਰ ਰਹੇ ਹਾਂ। ਪੇਪਰ 1 ਬਹੁਤ ਈਜ਼ੀ ਹੈ। ਤੁਸੀਂ ਕਿਸੇ ਵੀ ਮੈਂ ਨਹੀਂ ਕਹਾਂਗੀ ਮੇਰਾ YouTube ਚੈਨਲ, ਤੁਸੀਂ ਕਿਸੇ ਵੀ YouTube ਚੈਨਲ ਤੋਂ ਕਰ ਸਕਦੇ ਹੋ, ਕਿਉਂਕਿ ਪੇਪਰ 1 ਦੀ ਤਿਆਰੀ ਹਰ ਇੱਕ YouTube ਚੈਨਲ ਤੁਸੀਂ ਕੋਈ ਵੀ ਦੇਖ ਸਕਦੇ ਹੋ, ਉਹ ਸਭ ਕਰਾਉਂਦੇ ਨੇ। ਔਰ ਬਹੁਤ ਅੱਛੇ ਤਰੀਕੇ ਨਾਲ ਕਰਾਉਂਦੇ ਨੇ। ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਦੱਸਾਂ ਕਿ ਕਿਸ ਟੌਪਿਕ ਲਈ ਤੁਸੀਂ ਕਿਹੜਾ ਚੈਨਲ ਨੂੰ ਪ੍ਰੈਫਰ ਕਰ ਸਕਦੇ ਹੋ, ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਅਫਕੋਰਸ ਤੁਹਾਨੂੰ ਦੱਸਾਂਗੀ ਕਿ ਕੌਣ ਜ਼ਿਆਦਾ ਬੈਟਰ ਕਰਾਉਂਦਾ ਔਰ ਇਸ ਟੌਪਿਕ ਲਈ ਕਿਸ ਯੂਟਿਊਬਰ ਨੇ ਬਹੁਤ ਅੱਛਾ ਪੜ੍ਹਾਇਆ। ਅਗਰ ਪੇਪਰ 1 ਅਗਰ ਮੈਂ ਵੈਸੇ ਵੀ ਤੁਹਾਨੂੰ ਦੱਸਦੀ ਹਾਂ, ਪੇਪਰ 1 ਤੁਸੀਂ ਕਰਦੇ ਹੋ ਕਮਰਸ ਨੈਟ ਅਚੀਵਰ ਤਲਵੀਰ ਸਿੰਘ ਸਰ ਹੈ, ਉਹ ਬਹੁਤ ਅੱਛਾ ਪੜ੍ਹਾਉਂਦੇ ਨੇ। ਪੇਪਰ 1 ਅਗਰ ਤੁਸੀਂ ਉਹਨਾਂ ਦੀ ਹਰ ਇੱਕ ਵੀਡੀਓ ਦੇਖੋਗੇ ਐਟਲੀਸਟ ਤੁਹਾਡਾ ਪੇਪਰ ਕਲੀਅਰ ਹੋ ਜਾਏਗਾ। ਇੱਕ ਨੇ ਗ੍ਰੇਡਅਪ ਵਾਲੇ ਮੈਮ ਨੇ ਤੋਸ਼ੀਬਾ ਸ਼ੁਕਲਾ, ਉਹ ਵੀ ਬਹੁਤ ਅੱਛਾ ਪੜ੍ਹਾਉਂਦੇ ਨੇ। ਪੇਪਰ 1 ਦੇ ਵਾਸਤੇ ਤਾਂ ਉਹ ਬਹੁਤ ਬੈਟਰ ਹੈ। ਠੀਕ ਹੈ, ਅਗਰ ਵੈਸੇ ਵੀ ਤੁਸੀਂ ਚਾਹੁੰਦੇ ਹੋ ਕਿ ਥਰੂ ਆਊਟ ਤੁਹਾਨੂੰ ਪੂਰਾ ਸਿਲੇਬਸ ਦੀ ਪੂਰੀ ਵੀਡੀਓ ਬਣਾ ਕੇ ਦੇਵਾਂ, ਤਾਂ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਓ। ਠੀਕ ਹੈ, ਚਲੋ ਆਪਣਾ ਟਾਈਮ ਨਾ ਵੇਸਟ ਕਰਦੇ ਹੋਏ ਆਪਣਾ ਅੱਜ ਦੇ ਟੌਪਿਕ 'ਤੇ ਕਰਦੇ ਹਾਂ। ਆਪਣਾ ਜਿਹੜਾ ਟੌਪਿਕ ਅੱਜ ਆਪਾਂ ਸਟਾਰਟ ਕਰਨਾ, ਚਲੋ ਚੱਲਦੇ ਹਾਂ। ਠੀਕ ਹੈ, ਸੋ ਆਪਣਾ ਟੌਪਿਕ ਹੈ SSA ਸਰਵ ਸਿੱਖਿਆ ਅਭਿਆਨ ਇਨ ਦ ਟਰਮਸ ਆਫ ਇਨਕਲੂਸਿਵ ਐਜੂਕੇਸ਼ਨ। ਠੀਕ ਹੈ, ਦੇਖੋ ਪਹਿਲਾ ਪੁਆਇੰਟ ਦੇਖੋ, ਕਹਿੰਦਾ ਹੈ ਸਰਵ ਸਿੱਖਿਆ ਵਾਜ਼ ਲਾਂਚ ਟੂ ਅਚੀਵ ਦ ਗੋਲ ਆਫ ਯੂਨੀਵਰਸਲਾਈਜੇਸ਼ਨ ਆਫ ਐਲੀਮੈਂਟਰੀ ਐਜੂਕੇਸ਼ਨ। ਕਹਿੰਦਾ ਸਰਵ ਸਿੱਖਿਆ ਅਭਿਆਨ ਜਿਹੜਾ ਚਲਾਇਆ ਸੀ ਗਵਰਨਮੈਂਟ ਨੇ, ਉਹਦਾ ਮੇਨ ਮਕਸਦ ਇਹੀ ਸੀ, ਉਹਦਾ ਮੇਨ ਜਿਹੜਾ ਨੈਸ਼ਨਲ ਓਬਜੈਕਟਿਵ ਸੀ ਉਹਦਾ ਕਿ ਯੂਨੀਵਰਸਲਾਈਜੇਸ਼ਨ ਆਫ ਐਲੀਮੈਂਟਰੀ ਐਜੂਕੇਸ਼ਨ। ਹਰ ਬੱਚੇ ਨੂੰ 6 to 14 ਈਅਰ ਦੇ ਹਰ ਬੱਚੇ ਨੂੰ ਐਲੀਮੈਂਟਰੀ ਐਜੂਕੇਸ਼ਨ ਤਾਂ ਪ੍ਰੋਵਾਈਡ ਕਰਨੀ ਹੈ। ਠੀਕ ਹੈ, ਹਰ ਬੱਚਾ 6 to 14 ਈਅਰ ਨੂੰ ਸਭ ਬੱਚਿਆਂ ਨੂੰ ਐਲੀਮੈਂਟਰੀ ਐਜੂਕੇਸ਼ਨ ਕਿ ਪ੍ਰਾਇਮਰੀ ਜਿਹੜੀ ਐਜੂਕੇਸ਼ਨ ਹੁੰਦੀ ਹੈ ਬੇਸਿਕ ਤਾਂ ਉਹਨੂੰ ਆਉਣੀ ਚਾਹੀਦੀ ਹੈ। ਠੀਕ ਹੈ, ਇਹਦਾ ਮੇਨ ਓਬਜੈਕਟਿਵ ਸੀ। ਜਿਵੇਂ ਮੈਂ ਸੈਕੰਡ ਪੁਆਇੰਟ 'ਚ ਵੀ ਲਿਖਿਆ ਹੈ ਐਜੂਕੇਸ਼ਨ ਫॉर ਆਲ। ਠੀਕ ਹੈ, ਕਿ ਸਭ ਨੂੰ ਐਜੂਕੇਸ਼ਨ ਹੋਣੀ ਚਾਹੀਦੀ ਹੈ। ਦੇਖੋ ਜੀ ਮੈਂ ਦੁਬਾਰਾ ਪੜ੍ਹ ਦਿੰਦੀ ਹਾਂ, ਦੇਖੋ ਸੈਕਿੰਡ ਪੁਆਇੰਟ ਪੜ੍ਹਦੇ ਹਾਂ ਆਪਾਂ। ਇਜ਼ ਅ ਨੈਸ਼ਨਲ ਪ੍ਰੋਗਰਾਮ ਲਾਂਚ ਬਾय ਦ ਗਵਰਨਮੈਂਟ ਆਫ ਇੰਡੀਆ ਵਿਦ ਦ ਮੇਨ ਓਬਜੈਕਟਿਵ ਆਫ ਯੂਨੀਵਰਸਲਾਈਜੇਸ਼ਨ ਆਫ ਐਲੀਮੈਂਟਰੀ ਐਜੂਕੇਸ਼ਨ। ਜੇ ਤੁਹਾਨੂੰ ਕੁਐਸਚਨ ਫਸਟ ਇਹੀ ਆ ਸਕਦਾ ਹੈ ਕਿ ਉਹਦਾ ਮੇਨ ਓਬਜੈਕਟਿਵ ਕੀ ਹੈ SSA ਦਾ, ਤਾਂ ਮੇਨ ਓਬਜੈਕਟਿਵ ਕੀ ਹੈ SSA ਦਾ? ਯੂਨੀਵਰਸਲਾਈਜੇਸ਼ਨ ਆਫ ਐਲੀਮੈਂਟਰੀ ਐਜੂਕੇਸ਼ਨ। ਠੀਕ ਹੈ, ਕਿ ਹਰ ਬੱਚੇ ਨੂੰ ਐਜੂਕੇਸ਼ਨ ਫॉर ਆਲ। ਠੀਕ ਹੈ, ਅਗਲਾ ਦੇਖੋ ਕੁਐਸਚਨ point number 3, for providing the legal tooth for the success of SSA, the government of India has brought out the legislative measure RTI 2000
2009 making a free and compulsory education of elementary education a fundamental right for all children in the age group of 6 to 14 year कि फंडामेंटल राइट बना दी कि हर बच्चा 6 to 14 ਦਾ एलीमेंट्री एजुकेशन उसनों लेनी है एक ठीक है एक राइट ही बनाती अपना हक बनाता ठीक है कहना इंट्रोडक्शन ऑफ दिस एक्ट हैज़ इंश्योर्ड दैट रिक्वायर्ड एसेस enrollment retention of the children with the system of education realization of main objective कि ज़्यादा ਤੋਂ ज़्यादा enrollment ਹੋਣ ਠੀਕ ਹੈ ਹਰ ਬੱਚੇ ਦੀ ज़्यादा ਦਾ आप बच्चे स्कूल ਵਿੱਚ ਆਉਣ कि छोटे बच्चे एटलीस्ट एलीमेंट्री एजुकेशन ਤਾਂ ਆਪਣੀ ਪੂਰੀ ਰੱਖਣ ਨਾ कि ज़्यादा ਤੋਂ ज़्यादा इनरोलमेंट ਹੋਵੇ ਸਕੂਲ 'ਚ ਬੱਚਿਆਂ 'ਚ ਠੀਕ ਹੈ ਔਰ ज़्यादा ਤੋਂ ज़्यादा ਬੱਚੇ ਪੜ੍ਹਨ ਆਪ ਐਜੂਕੇਸ਼ਨ ਨੂੰ ਅਸੈਸ ਕਰਨ ਠੀਕ ਹੈ ਜਿਹੜੀ ਵੀ ਫੈਸਿਲਿਟੀਜ਼ ਮਿਲਦੀਆਂ ਥਰੂ ਐਸਐਸਏ ਦੀ ਬਹੁਤ ਫੈਸਿਲਿਟੀਜ਼ ਹੁੰਦੇ ਨੇ ज़्यादा इनरोलमेंट करना पीपल टीचर रेशो कितनी होनी चाहिए है ठीक है फ्री एंड कंपलसरी एजुकेशन इन्हों के बहुत ऑब्जेक्टिव्स ने ठीक है कि बहुत ज़्यादा इन्हों के सर्व सिक्ख्या अभियान में बहुत ज़्यादा बच्चों को बहुत ज़्यादा कोई भी डिसेबल ईवन डिसेबल परसन वास्ते भी इन्होंने बहुत किया है अगर नॉन डिसेबल भी है उन्होंने वास्ते भी बहुत ज़्यादा स्कीम्स इन्हों की बहुत स्कीम्स है कि तुम किवें कर सकते हो कि जिवें नॉन रिटेंशन पॉलिसी ऐसे दे थ्रू आई ठीक है अगल 5th पॉइंट देखो अपना कहना फॉर प्रिपेयरिंग द चिल्ड्रन फॉर इंक्लूजन अरेंजमेंट ऑफ द स्पैशल ट्रेनिंग इन द स्कूल रेडीनेस प्रोग्राम फॉर अस चिल्ड्रन विद द स्पैशल नीड पता की करते इस मेन चीज़ की समझाई गई है कि तुसी देखिया होगा ये फर्स्ट ऑफ ऑल जो एस उन्हें की किया कि अगर बच्चों किसी ਨੂੰ कोई डिसेबल परसन ने ठीक है डिसेबल चिल्ड्रन ने उन्होंने वास्ते स्पैशल क्लासिस का अरेंजमेंट होंगे ठीक है एस दी टीचर्स होंगे ने रिक्रूट करते हैं एस टीचर्स फॉर स्पैशल बच्चों वास्ते कि जोड़े स्पैशल नीड बच्चे स्पैशल नीड चाहिए उन्होंने वास्ते टीचर्स होंगे ने उन्होंने अलग तो क्लासरूम होंगे मेन स्ट्रीमिंग तो होंगी हो है ठीक है मेन स्ट्रीमिंग होंगी है कि बच्चा नॉर्मल बच्चा भी पढ़ता है बट उन्होंने एक एक्सट्रा क्लासिस देंगे ने कि वो बच्चा अपने जोड़े दूसरे बच्चों नाल ही कंपेयर कर सके ठीक है कि अपना उन्होंने लैवल उन्ना बना देंगे कि उन्होंने स्पैशल क्लासिस एक्सपर्ट बुलाए जाते हैं कि सो दैट कि बच्चा प्रॉपर वे नाल जोड़े नॉर्मल बच्चे ना उन्होंने कोपअप कर सके क्लीयर है जी चलो अगला पॉइंट देखो अपना एस इज़ अडॉप्टिंग अ मल्टी मॉडल अप्रोच फॉर रीचिंग द children with a special need or disabled person from getting the enrolled in the system of education by adopting various alternatives ठीक है कहना कि ऐसे चाहता है कि ज़्यादा तो ज़्यादा बच्चे इनरोल हों ठीक है इन द एजुकेशन सिस्टम कि जिमें डिसेबल बच्चे होंगे कि जिमें कि बहुत छोटे जिमें किसी बच्चे कोई डिसेबल है ठीक है ज़्यादातर रूरल एरियाज होंगे अर्बन एरियाज भी चलो करते हैं लोग की करते हैं कि अपने बच्चे को अगर कोई स्पैशल नीड बच्चे हैगी आ तो वो आप स्कूल विच नहीं भेजते अपने बच्चे तो एस की करते हैं एस एक प्रोग्राम है कि उन्होंने डिसेबल परसनस डिसेबल बच्चों एक स्पैशल क्लासिस दिंदा है उन्होंने स्पैशल एक ट्रीटमेंट दी जाती है ठीक है देखो प्रोवाइडिंग देखो फर्स्ट पॉइंट में लिखा है प्रोवाइडिंग असिस्टेंट एंड सपोर्ट टू द रेगुलर स्कूल्स फॉर इल्यूजन ऑफ डिसेबल परसन देखो क्या करता है कि स्पैशल दसिया एक स्पैशल असिस्टेंट दिंदा है कि तुहानूं कोई एक्सपर्ट टीचर है ठीक है वो तुहानूं जाके तुहाडे बच्चों को रैगूलर स्कूल विच जिहड़े बच्चे नॉर्मल स्कूल दे विच की हुंदा है स्पैशल क्लासिस दी जांदियां कि सो दैट कि बच्चा अगर थोड़ा जिहा पिछे रह गया ठीक है अगर कोई बच्चा स्कूल च नहीं गया कोई भी स्कूल च गया ही नहीं ठीक है बट बच्चे की एज है कि वो 4th क्लास के लैवल की उसकी एज है ठीक है बट 4th क्लास का मतलब एज उसकी 4th क्लास की है कि एज होंगी अकॉर्डिंग है ना बट बच्चे को आंदा कुछ नहीं है तो की करते स्पैशल असिस्टेंट देंगे ने टीचर्स एक स्पैशल क्लासिस देंदियां बच्चों को ठीक है एस दे अंडर की स्पैशल क्लासिस होंगे सो दैट भी बच्चा 4th के लैवल के अकॉर्डिंग पढ़े ठीक है उन्होंने मतलब लैवल उस हिसाब से बना देंगे रनिंग द एजुकेशन गारंटी स्कीम कि अगर नियर ठीक है एजुकेशन की रेडियस ऑफ 1 किलोमीटर नियर स्कूल असेस अगर बच्चे दे घर दे नेड़े ठीक है रेडियस 1 किलोमीटर अगर रेडियस दे विच स्कूल होवे तो बच्चा जाके कोई भी बच्चा कोई डिसेबल परसन है जाके अपनी एडमिशन ले सकता है थानू कोई भी मना नहीं करेगा कि तुसी एडमिशन नहीं ले सकते 6 to 14 ईयर तुसी अगर तुसी एक बारी भी स्कूल नहीं गए कोई बच्चा चाहता है कि मैं स्कूल विच दाखला लेना है कोई भी जाके ले सकता है कोई भी थानू मना नहीं करेगा ठीक है प्रोवाइडिंग अ ऑल्टरनेशन फॉर एजुकेशन इंटरवेंशन
ਫॉर ਸਪੈਸੀਫਿਕ ਕੈਟੇਗਰੀਜ਼ ਫॉर ਡਿਫਰਾਈਵਡ ਚਿਲਡਰਨ, ਠੀਕ ਹੈ। ਕਹਿੰਦਾ ਆਲਟਰਨੇਟਿਵ ਐਜੂਕੇਸ਼ਨ ਹੁੰਦੀ ਹੈ, ਜਿਵੇਂ ਕਿ ਕੋਈ ਡਿਫਰਾਈਡ ਬੱਚੇ ਹੁੰਦੇ, ਚਿਲਡਰਨ ਹੁੰਦੇ, ਜਿਵੇਂ ਕਿ ਲੇਬਰ ਹੁੰਦੇ ਨੇ, ਠੀਕ ਹੈ, ਸਟਰੀਟ ਚਿਲਡਰਨ ਹੁੰਦੇ, ਵਰਕਿੰਗ ਚਿਲਡਰਨ ਹੁੰਦੇ ਨੇ, ਠੀਕ ਹੈ। ਉਹਨਾਂ ਵਾਸਤੇ ਅਲੱਗ-ਅਲੱਗ ਸਕੀਮਾਂ ਹੈ, ਜਿਵੇਂ SST SC ਔਰ ਜਾਂ ਸ਼ਡਿਊਲ ਟਰਾਈਬ ਬਾਰੇ ਬੱਚੇ ਹੁੰਦੇ, ਵਿਯੁਕਤ ਬਾਜੀਗਰ ਵਗੈਰਾ ਹੁੰਦੇ ਨਾ, ਵਿਯੁਕਤ ਜਾਤੀ ਵਾਲੇ ਬੱਚੇ ਹੁੰਦੇ ਆ, ਉਹਨਾਂ ਲਈ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ ਹੈ, ਇੰਟਰਵੈਂਸ਼ਨ ਪ੍ਰੋਗਰਾਮਸ ਕਰਾਉਂਦੇ ਨੇ, ਠੀਕ ਹੈ, SSA। ਫਿਰ ਕਰਦਾ ਹੈ 4th ਪੁਆਇੰਟ, ਦੇਖੋ ਆਪਣਾ, ਫੈਸਿਲਿਟੇਟਿੰਗ ਦ ਹੋਮ ਬੇਸਡ ਐਜੂਕੇਸ਼ਨ ਫॉर ਚਿਲਡਰਨ ਵਿਦ ਅ ਸਪੈਸ਼ਲ ਨੀਡ ਔਰ ਡਿਸੇਬਲਡ, ਠੀਕ ਹੈ। ਕੀ ਕਰਦਾ ਹੈ ਕਿ ਉਹ ਹੋਮ ਬੇਸਡ ਐਜੂਕੇਸ਼ਨ ਦਿੰਦੇ ਨੇ। ਤੁਸੀਂ ਦੇਖਿਆ ਹੋਏਗਾ ਜਿਹੜੇ ਟੀਚਰਸ SCSA ਦੇ ਵਿੱਚ ਰਿਕਰੂਟ ਹੋਏ ਹੁੰਦੇ ਨੇ, ਠੀਕ ਹੈ, ਅੰਡਰ ਇਹਨਾਂ ਦੇ ਵਿੱਚ, ਉਹ ਕੀ ਕਰਦੇ ਨੇ ਕਿ ਕਈ ਵਾਰ ਬੱਚੇ ਨੂੰ ਅਗਰ ਜ਼ਿਆਦਾ ਹੀ ਡਿਸੇਬਲ ਹੈ, ਠੀਕ ਹੈ, ਕੋਈ ਜ਼ਿਆਦਾ ਹੀ ਚਲਣ ਫਿਰਨ 'ਚ ਪ੍ਰੋਬਲਮ ਹੈ, ਕੀ ਕਰਦੇ ਉਹਨਾਂ 'ਤੇ ਹੋਮ ਬੇਸਡ ਐਜੂਕੇਸ਼ਨ ਵੀ ਦੇਣੀ ਪੈਂਦੀ ਹੈ। ਤਾਂ ਹੋਮ ਬੇਸਡ ਐਜੂਕੇਸ਼ਨ ਵੀ ਉਹਨਾਂ ਨੂੰ ਘਰੇ ਜਾ ਕੇ ਦੇ ਸਕਦੇ। 2-4 ਬੱਚਿਆਂ ਦੇ, ਜਿਵੇਂ ਸਪੋਜ਼ ਕਿਸੇ ਏਰੀਆ ਵਿੱਚ ਜਾਂ ਕਿਸੇ ਸਟਰੀਟ ਵਿੱਚ ਜਾਂ ਕਿਸੇ ਸਿਟੀ ਵਿੱਚ 2-4 ਬੱਚੇ ਇਕੱਠੇ ਰਹਿੰਦੇ ਨੇ, ਫਿਰ ਕੀ ਕਰਦੇ, ਇੱਕ ਦੇ ਘਰੇ ਬੁਲਾ ਕੇ 2-4 ਬੱਚਿਆਂ ਨੂੰ ਸਪੈਸ਼ਲ ਐਜੂਕੇਸ਼ਨ ਦਿੰਦੇ ਨੇ, ਠੀਕ ਹੈ। ਅਤੇ ਇਹ ਸਭ ਕੁਛ ਇਹਦੇ ਅੰਡਰ ਆਉਂਦਾ ਹੈ, ਇਹ ਜਦੋਂ ਆਪਾਂ ਐਜੂਕੇਸ਼ਨ SSC ਦੀ ਕਰਦੇ ਹਾਂ ਇਨ ਟਰਮਸ ਆਫ ਇੰਕਲੂਸਿਵ ਐਜੂਕੇਸ਼ਨ। ਕਿ ਸਿਰਫ ਇਹ ਨਹੀਂ ਕਿ ਨੋਰਮਲ ਬੱਚਿਆਂ ਵਾਸਤੇ SSC ਨੇ ਕਿਹਾ, ਬਟ ਈਵਨ ਡਿਸੇਬਲ ਪਰਸਨ ਵਾਸਤੇ SSC ਨੇ ਬਹੁਤ ਕੁਛ ਕੀਤਾ ਹੈ। ਦੇਖੋ, ਸਪੈਸ਼ਲ ਟੀਚਰ ਉਹਨਾਂ ਵਾਸਤੇ ਪ੍ਰੋਵਾਈਡ ਕੀਤੇ ਜਾਂਦੇ ਨੇ, ਠੀਕ ਹੈ, ਸਪੈਸ਼ਲ ਅਸਿਸਟੈਂਟ, ਠੀਕ ਹੈ, ਡਿਫਰੈਂਟ ਕਲਾਸਾਂ ਲੱਗਦੀਆਂ, ਠੀਕ ਹੈ। ਬੱਚਿਆਂ ਨੂੰ ਈਵਨ ਯੂਨੀਫਾਰਮ, ਤੁਸੀਂ ਮੈਂ ਅੱਗੇ ਪੜ੍ਹਾਵਾਂਗੀ ਤੁਹਾਨੂੰ, ਯੂਨੀਫਾਰਮਸ ਵੀ ਦਿੰਦੇ ਨੇ, ਠੀਕ ਹੈ, ਔਰ ਤੁਹਾਨੂੰ ਹੋਮ ਬੇਸਡ ਐਜੂਕੇਸ਼ਨ ਵੀ ਦੇ ਜਾਂਦੀ ਹੈ, ਠੀਕ ਹੈ। ਔਰ ਮੇਨ ਸਟਰੀਮਿੰਗ ਦਾ ਕੰਮ SSA ਨੇ ਕੀਤਾ ਹੈ, ਠੀਕ ਹੈ। ਅਗਲਾ ਪੜ੍ਹਦੇ ਹਾਂ ਆਪਾਂ। ਅਗਲਾ ਹੈਗਾ ਕਿ ਮੇਜਰ ਕੰਟਰੀਬਿਊਸ਼ਨ ਐਂਡ ਪਾਰਟਿਸਿਪੇਟਰੀ ਰੋਲ ਆਫ ਦ SSA। ਕੀ ਰੋਲ ਹੈ, ਕਿ ਮੇਜਰ ਕੰਟਰੀਬਿਊਸ਼ਨਸ ਕੀ ਹੈ, ਠੀਕ ਹੈ, ਇਨ ਦਾ ਇੰਕਲੂਸਿਵ ਕਲਚਰ ਦੇ ਵਿੱਚ ਕੀ ਹੈ। ਫਸਟ ਆਪਣੀ ਪੁਆਇੰਟ ਹੈ ਪ੍ਰੋਵਾਈਡਿੰਗ ਪੋਲਿਸੀ ਸਪੋਰਟ। ਕਿਆ ਕਰਦਾ ਹੈ, ਕਹਿੰਦਾ SSA ਇਜ਼ ਪ੍ਰੋਵਾਈਡਿੰਗ ਦ ਮੇਜਰ ਸਟਰਸ ਔਨ ਦ ਇਨਕਲੂਜਨ ਔਰ ਮੇਨ ਸਟਰੀਮ ਆਫ ਚਿਲਡਰਨ ਵਿਦ ਸਪੈਸ਼ਲ ਨੀਡ। ਕਹਿੰਦਾ ਕੀ ਕਰਦਾ, ਜਿਹੜੇ SSA ਆ ਉਹਨੇ ਕੀ ਕੀਤਾ ਕਿ ਪ੍ਰੋਪਰਲੀ ਇਨਰੋਲਡ ਹੋਵੇ ਬੱਚਾ, ਠੀਕ ਹੈ, ਪ੍ਰੋਵਾਈਡਿੰਗ ਸਪੋਰਟ ਕਰਦਾ ਕਿ ਬੱਚਾ ਪ੍ਰੋਪਰਲੀ ਇਨਰੋਲਡ ਹੋਵੇ, ਰਿਟੇਨ ਰੈਗੂਲਰ ਨੇਬਰਹੁੱਡ ਸਕੂਲਸ, ਕਿ ਜਿਹੜੇ ਨੇਬਰਹੁੱਡ ਸਕੂਲਸ ਆ ਉਹਨਾਂ ਵਿੱਚ ਰਵੇ ਬੱਚਾ, ਠੀਕ ਹੈ, ਪ੍ਰੋਪਰ ਸਪੋਰਟ ਦੀ ਜਾਂਦੀ ਹੈ, ਰਿਸੋਰਸ ਦਿੱਤੀ ਜਾਂਦੀ ਹੈ ਬੱਚਿਆਂ ਨੂੰ, ਪ੍ਰੋਪਰ ਯੂਨੀਫਾਰਮ ਦਿੱਤੀ ਜਾਂਦੀ ਹੈ, ਠੀਕ ਹੈ। ਤੁਹਾਨੂੰ ਕੋਈ ਵੀ ਅਗਰ ਤੁਸੀਂ ਜਾਂਦੇ ਹੋ ਕਿਸੇ ਸਕੂਲ ਵਿੱਚ, ਠੀਕ ਹੈ, ਮੈਂ ਐਡਮਿਸ਼ਨ ਲੈਣੀ ਹੈ, ਅਗਰ ਤੁਸੀਂ 6 to 14 ਈਅਰਸ ਹੈ, ਤੁਸੀਂ ਕਦੇ ਸਕੂਲ ਨਹੀਂ ਗਏ, ਅਗਰ ਤੁਸੀਂ ਜਾਂਦੇ ਹੋ, ਤੁਹਾਨੂੰ ਕੋਈ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਐਜੂਕੇਸ਼ਨ ਨਹੀਂ ਲੈ ਸਕਦੇ, ਠੀਕ ਹੈ। ਤੁਹਾਨੂੰ ਪ੍ਰੋਪਰ ਇਨਰੋਲਮੈਂਟ ਹੋਏਗੀ ਤੁਹਾਡੀ ਸਕੂਲ 'ਚ, ਕੋਈ ਮਨਾ ਨਹੀਂ ਕਰੇਗਾ। ਸੈਕਿੰਡ ਪੁਆਇੰਟ ਦੇਖੋ, ਪ੍ਰੋਵਾਈਡਿੰਗ ਦ ਐਕਟਿਵ ਸਪੋਰਟ। ਕਹਿੰਦਾ SSA ਜਿਹੜਾ ਹੁੰਦਾ ਹੈ ਕਿ ਉਹ ਕੀ ਕਰਦਾ ਹੈ ਕਿ ਫਾਈਨੈਂਸ਼ੀਅਲ ਸਪੋਰਟ ਵੀ ਕਰਦਾ ਹੈ ਬੱਚਿਆਂ ਨੂੰ, ਠੀਕ ਹੈ। ਪ੍ਰੋਵਾਈਡਿੰਗ ਐਕਟਿਵ ਸਪੋਰਟ ਮਤਲਬ ਫਾਈਨੈਂਸ਼ੀਅਲ ਸਪੋਰਟ ਕਰਦਾ ਹੈ, ਠੀਕ ਹੈ। ਕਿ ਇੰਪਲੀਮੈਂਟ ਫॉर ਇੰਕਲੂਸਿਵ ਐਜੂਕੇਸ਼ਨ, ਕਿ ਸਰਵ ਸਿੱਖਿਆ ਨੇ ਤੁਹਾਨੂੰ ਕੀ ਦਿੰਦਾ, ਬਜਟ ਦੇ ਵਿੱਚੋਂ, ਫਾਈਨੈਂਸ਼ੀਅਲ ਬਜਟ ਤੋਂ ਹੈਲਪ ਕਰਦਾ ਕਿ ਜਿਹੜਾ ਥੋੜ੍ਹਾ ਇੰਕਲੂਸਿਵ ਦਾ ਸੈਟਅਪ ਹੈ, ਠੀਕ ਹੈ, ਇੰਪਲੀਮੈਂਟ ਹੋ ਸਕੇ। ਕੀ ਕਰਦਾ ਇਸ 'ਚ ਨਾ, SSA ਦੇ ਕੀ ਰੋਲਸ ਹੈ, ਮੈਂ ਤੁਹਾਨੂੰ ਦੱਸਦੀ ਹਾਂ ਕੀ ਰੋਲਸ ਕਰਦੇ ਨੇ, ਠੀਕ ਹੈ। ਸਰਵੇ ਫॉर ਆਈਡੈਂਟੀਫਿਕੇਸ਼ਨ ਆਫ ਚਿਲਡਰਨ ਵਿਦ ਦਿਸ ਵਨ, ਜਿਹੜੇ ਚਿਲਡਰਨ ਹੁੰਦੇ ਸਪੈਸ਼ਲ ਨੀਡ ਕੀ ਉਹਨਾਂ ਵਾਸਤੇ, ਠੀਕ ਹੈ। ਕੀ ਕਰਦੇ, ਅਪੋਇੰਟ ਰਿਸੋਰਸ ਟੀਚਰ, ਕਿ ਕਿਆ ਸਪੋਰਟ ਕਰਦੇ ਨੇ, ਫਾਈਨੈਂਸ਼ੀਅਲੀ ਸਪੋਰਟ, ਕਿਹੜੇ ਫੰਕਸ਼ਨਲ ਫਾਰਮਲ ਸਪੋਰਟ ਕਰਦੇ ਨੇ, ਠੀਕ ਹੈ। ਪ੍ਰੋਵਾਈਡਿੰਗ ਅਸਿਸਟਿਵ ਡਿਵਾਈਸ, ਇਹ ਸਾਰੀ ਸਪੋਰਟ ਕਿਆ ਕਰਦਾ, SSA ਹੀ ਕਰਦਾ, ਠੀਕ ਹੈ। NGOs ਵਗੈਰਾ ਜਿਹੜੀਆਂ ਹੁੰਦੀਆਂ ਨੇ ਉਹ ਵੀ ਇਹਨਾਂ ਨੂੰ ਸਪੋਰਟ ਕਰਦੇ ਆ। ਅਗਲਾ ਹੈ ਮੋਨੇਟਰੀ ਸਪੋਰਟ, ਕਿ ਮਨੀ ਦੀ ਸਪੋਰਟ ਕਰਦੇ ਨੇ, ਫਾਈਨੈਂਸ਼ਲੀ ਵੀ ਤੁਹਾਨੂੰ ਸਪੋਰਟ ਕਰਦੇ ਨੇ ਟੂਵਰਡਸ ਦਾ ਸਿਸਟਮ। ਅਗਰ ਕਿਸੇ ਬੱਚੇ ਨੂੰ, ਠੀਕ ਹੈ, ਮੈਂ ਦੱਸਦੀ ਹਾਂ ਇਸ 'ਚ ਨਾ ਇੱਕ ਪੁਆਇੰਟ ਹੈ, ਨੋਟ ਕਰ ਲਓ, ਲਿਖੋ, ਫਾਈਨੈਂਸ਼ਲੀ ਸਪੋਰਟ ਅਪ ਟੂ 3000 ਪਰ ਚਾਈਲਡ ਫॉर ਇੰਟੀਗ੍ਰੇਸ਼ਨ ਆਫ ਡਿਸੇਬਲ ਚਿਲਡਰਨ ਐਜ਼ ਪਰ ਦ ਸਪੈਸੀਫਿਕ ਪ੍ਰਪੋਜ਼ਲ ਹੈਜ਼ ਬੀਨ ਗਿਵਨ। ਕਿ ਤੁਹਾਨੂੰ 3000 ਤੱਕ ਪਰ ਬੱਚਾ, ਠੀਕ ਹੈ, ਉਹਨੂੰ ਕੀ ਕਰਦਾ, ਸਪੋਰਟ, ਫਾਈਨੈਂਸ਼ਲੀ ਸਪੋਰਟ ਦਿੰਦਾ, ਠੀਕ ਹੈ। SSA ਨੇ ਇਹ ਇੱਕ ਸਕੀਮ ਚਲਾ ਰੱਖੀ ਹੈ, ਠੀਕ ਹੈ, ਕਲੀਅਰ ਹੈ ਜੀ। ਬੈਰੀਅਰ ਫ੍ਰੀ ਅਸੈਸ, ਕਿ ਮਤਲਬ ਸਕੂਲ ਦੇ ਵਿੱਚ ਕਿ ਬੱਚੇ ਨੂੰ ਕੋਈ ਵੀ ਭੇਦਭਾਵ ਤਾਂ ਹੋ ਸਕੇ, ਠੀਕ ਹੈ, ਬੱਚੇ ਨਾਲ। ਉਹ ਜਿਹੜਾ ਬੈਰੀਅਰ ਹੈ, ਇੱਕ ਬੈਰੀਅਰ ਹੈ, ਉਹਨੂੰ ਬ੍ਰੇਕ ਕਰਦਾ ਹੈ ਆਪਣਾ SSA, ਠੀਕ ਹੈ। SSA ਦਾ ਮੇਨ ਮੋਟਿਵ ਆਈ ਹੈ ਕਿ ਹਰ ਬੱਚਾ, ਈਵਨ ਡਿਸੇਬਲ ਬੱਚਾ ਵੀ ਨੋਰਮਲ ਬੱਚਿਆਂ ਨਾਲ ਕੋਪ ਅਪ ਕਰ ਸਕੇ, ਕਿ ਚਿਲਡਰਨ ਲਰਨ ਟੂਗੈਦਰ,
ਠੀਕ ਹੈ। ਇਹਨਾਂ ਮੇਨ ਚੀਜ਼ ਆ ਚੀਜ਼ ਹੈ, ਕਰੀਕੂਲਮ ਰਿਫੋਰਮਸ ਕਰਨੀ, ਠੀਕ ਹੈ। ਜਿਵੇਂ ਕਿ ਜਿਹੜਾ ਕਹਿੰਦਾ NCF ਆਇਆ ਆਪਣਾ 2005 ਵਾਲਾ, ਠੀਕ ਹੈ। ਉਹ ਕੀ ਕਰਦਾ ਕਿ ਉਸ ਮੇਨ ਉਹਦਾ ਓਬਜੈਕਟਿਵ ਕੀ ਸੀ ਕਿ ਰੋਟ ਲਰਨਿੰਗ ਵਗੈਰਾ ਕਰਨਾ ਜਾਂ ਇੰਟੀਗ੍ਰੇਸ਼ਨ ਆਫ ਨੌਲੇਜ ਵਗੈਰਾ ਸਕੂਲ ਨੂੰ, ਠੀਕ ਹੈ। ਉਹ ਕੀ ਕਿ ਆਪਣਾ ਐਜੂਕੇਸ਼ਨ ਨੂੰ ਕਿ ਚਾਈਲਡ ਵਾਸਤੇ ਜਿਹੜਾ ਐਜੂਕੇਸ਼ਨ ਹੈ ਆਪਣਾ, ਠੀਕ ਹੈ, ਜਿਹੜਾ ਐਜੂਕੇਸ਼ਨ ਸਿਸਟਮ ਹੈ ਆਪਣਾ ਉਹ ਮੋਰ ਚਾਈਲਡ ਫਰੈਂਡਲੀ ਹੋਵੇ, ਠੀਕ ਹੈ। ਆਪਣਾ ਕਰੀਕੂਲਮ ਮੋਰ ਚਾਈਲਡ ਫਰੈਂਡਲੀ ਹੋਵੇ, ਲਰਨਰ ਸੈਂਟਰਡ ਹੋਵੇ, ਟੀਚਿੰਗ ਲਰਨਿੰਗ ਪ੍ਰੋਸੈਸ ਹੋਵੇ ਇੱਕ, ਠੀਕ ਹੈ। ਟੀਚਿੰਗ ਲਰਨਿੰਗ ਪ੍ਰੋਸੈਸ ਆਪਣਾ ਮੋਰ ਕੰਸਟਰਕਟਿਵ ਹੋਵੇ, ਠੀਕ ਹੈ, ਕਿ ਬੱਚਾ ਆਸਾਨੀ ਨਾਲ ਸਿੱਖ ਸਕੇ। ਕਲੀਅਰ ਹੈ ਜੀ। ਉਹ ਤੋਂ ਬਾਅਦ ਹੈ ਸਟੀਮੂਲੇਸ਼ਨ ਪਾਰਕ। ਸਟੀਮੂਲੇਸ਼ਨ ਪਾਰਕ ਕੀ ਹੈ ਕਿ ਲਾਈਕ ਤਮਿਲਨਾਡੂ ਵਿੱਚ, ਕੀ ਤਮਿਲਨਾਡੂ ਹੈ, ਠੀਕ ਹੈ, ਤਮਿਲਨਾਡੂ ਵਿੱਚ ਵੈਸੇ ਸਟਾਰਟ ਹੋਇਆ ਪਿਆ ਹੈ, ਠੀਕ ਹੈ। ਉਹਨਾਂ ਨੇ ਫੈਸੀਲੀਟੇਟ ਕੀਤਾ ਸੀ ਲੋਕਲ ਸਕੂਲ, ਜਿਹੜੇ ਲੋਕਲ ਸਕੂਲ ਹੈ ਉਹਨਾਂ ਨੂੰ ਸਟੀਮੂਲੇਸ਼ਨ ਪਾਰਕ ਵਗੈਰਾ ਬਣਾਤਾ ਸੀ, ਠੀਕ ਹੈ। ਵੈਸੇ ਇੰਡੀਆ ਵਿੱਚ ਵੈਸੇ ਮੇਨ ਤਮਿਲਨਾਡੂ ਵਿੱਚ ਹੀ ਸਟਾਰਟ ਹੋਇਆ ਹੈ, ਠੀਕ ਹੈ। ਉਹ ਤੋਂ ਬਾਅਦ ਹੈ ਰਿਸਰਚ, ਕਿ ਐਸੇ ਇੰਕਰੇਜ ਰਿਸਰਚ ਕਰਦਾ ਹੈ, ਠੀਕ ਹੈ, ਇੰਕਰੇਜ ਕਰਦਾ, ਪ੍ਰਮੋਟ ਕਰਦਾ ਕਿ ਰਿਸਰਚ ਹੋਵੇ ਕਿ ਚਿਲਡਰਨ ਦੀਆਂ, ਠੀਕ ਹੈ, ਜਿਹੜੇ ਚਿਲਡਰਨ ਵਿਦ ਸਪੈਸ਼ਲ ਨੀਡ ਹੈ ਉਹਨਾਂ ਦੀਆਂ ਜ਼ਿਆਦਾ ਤੋਂ ਜ਼ਿਆਦਾ ਏਰੀਆ ਰਿਸਰਚ ਹੋਵੇ ਕਿ ਕਿਵੇਂ ਤੁਸੀਂ ਇੱਕ ਨਵੇਂ ਟੀਚਿੰਗ ਏਡ ਬਣਾ ਸਕਦੇ ਹੋ, ਕੀ ਟੀਚਿੰਗ ਲਰਨਿੰਗ ਮਟੀਰੀਅਲ ਆਪਾਂ ਹੋਰ ਬੈਟਰ ਬਣਾ ਸਕਦੇ ਹਾਂ, ਠੀਕ ਹੈ, ਕਿਆ ਟੀਚਿੰਗ ਮਟੀਰੀਅਲ ਹੋ ਸਕਦਾ ਹੈ, ਡਿਜ਼ਾਈਨ ਕਿਵੇਂ ਆਪਾਂ ਕਰ ਸਕਦੇ ਨਿਊ ਅਸਿਸਟਿਵ ਡਿਵਾਈਸਿਸ, ਠੀਕ ਹੈ, ਕਿ ਹੋਰ ਬੈਟਰ ਆਪਣਾ ਇੰਕਲੂਸਿਵ ਕਲਚਰ ਨੂੰ ਆਪਾਂ ਸੈਟਅਪ ਕਰ ਸਕੇ, ਠੀਕ ਹੈ। ਗਰਲਸ ਵਿਦ ਅ ਡਿਸੇਬਿਲਿਟੀ, 8th ਪੁਆਇੰਟ ਹੈ ਗਰਲ ਵਿਦ ਅ ਡਿਸੇਬਿਲਿਟੀ, ਕਿ ਜਿਹੜੀਆਂ ਸਪੈਸ਼ਲ ਕਹਿੰਦਾ ਜਿਹੜਾ SSA ਹੈ ਉਹ ਮੇਨ ਜ਼ਿਆਦਾ ਕਰਦਾ ਹੈ ਕਿ ਜਿਹੜੀਆਂ ਗਰਲਸ ਹੈ, ਜਿਨ੍ਹਾਂ ਨੂੰ ਜਿਹੜੀਆਂ ਬੇਟੀਆਂ ਜਾਂ ਗਰਲਸ ਹੈ ਕਿ ਜਿਹੜੀ ਡਿਸੇਬਿਲਿਟੀ ਉਹ ਜ਼ਿਆਦਾ ਤੋਂ ਜ਼ਿਆਦਾ ਐਜੂਕੇਸ਼ਨ ਕਰ ਸਕਣ, ਲੈ ਸਕਣ, ਠੀਕ ਹੈ। ਕਿਉਂਕਿ ਗਰਲਸ ਨੂੰ ਜ਼ਿਆਦਾ ਜਿਹੜੀਆਂ ਗਰਲਸ ਨੂੰ ਥੋੜ੍ਹਾ ਹੁੰਦਾ ਹੀ ਹੈ ਕਿ ਅਗਰ ਫਿਰ ਵੀ ਕਿਸੇ ਦਾ ਬੋਏ ਹੈ ਉਹ ਡਿਸੇਬਲਡ ਹੈ ਤਾਂ ਫਿਰ ਵੀ ਉਹ ਚਲੋ ਥੋੜ੍ਹੀ ਮੋਟੀ ਐਜੂਕੇਸ਼ਨ ਦੇ ਦਿੰਦੇ। ਸਪੋਜ਼ ਕਿਸੇ ਗਰਲ ਨੂੰ ਕੋਈ ਡਿਸੇਬਿਲਿਟੀ ਹੈਗਾ ਹੈ, ਕੋਈ ਡਿਸੇਬਿਲਿਟੀ ਨਾਲ ਸਫਰ ਕਰ ਰਹੀ ਹੈ ਤਾਂ ਉਹ ਥੋੜ੍ਹਾ ਕਹਿੰਦੇ ਆ ਕਿ ਚਲੋ ਰਹਿਣ ਦਿਓ ਕੀ ਕਰਾਉਣਾ ਹੈ ਕੰਮ ਤੋਂ, ਬਟ ਨਹੀਂ, SSA ਨੇ ਸਪੈਸ਼ਲ ਸਕੀਮਸ ਇਹਦੀਆਂ ਮੇਨ ਜਿਹੜਾ ਫੋਕਸ ਕਰਦਾ ਕਿ ਗਰਲਸ ਐਜੂਕੇਸ਼ਨ, ਕਿ ਬੱਚਿਆਂ ਦੀ, ਕੁੜੀਆਂ ਦੀ ਐਜੂਕੇਸ਼ਨ ਜਿਹੜੀ ਹੈ ਡਿਸੇਬਿਲਿਟੀ ਹੈਗੀ ਹੈ ਜਿਹੜੀ ਬੱਚਿਆਂ ਦੀ, ਠੀਕ ਹੈ। ਫਿਰ ਹੈ ਪ੍ਰੋਵੀਜ਼ਨ ਆਫ ਏਜ ਐਂਡ ਅਪਲਾਇੰਸਿਸ, ਕਿ ਤੁਹਾਨੂੰ ਕੀ ਕਰਦਾ ਜਿਹੜਾ SSA ਹੈ ਉਹ ਕੀ ਕਰਦਾ ਤੁਹਾਨੂੰ ਮੇਨ ਜਿਹੜੇ ਸਕੂਲ ਵਿੱਚ, ਅਗਰ ਕਿਸੇ ਸਕੂਲ ਵਿੱਚ ਜੈਸੇ ਮੋਸਟਲੀ ਇੰਡੀਆ ਵਿੱਚ ਸਕੂਲਸ ਵਿੱਚ ਜ਼ਿਆਦਾਤਰ ਆਪਣਾ ਜਿਹੜਾ ਇਨਫਰਾਸਟਰਕਚਰ ਹੈ ਉਹ ਨਹੀਂ ਹੋ ਸਕਦਾ, ਕਿ ਡਿਸੇਬਲ ਫਰੀ ਨਹੀਂ ਹੈਗਾ ਉਹ, ਠੀਕ ਹੈ, ਫਰੈਂਡਲੀ ਨਹੀਂ ਹੁੰਦਾ। ਬਟ ਕੀ ਕਰਦਾ SSA ਕੀ ਕਰਦਾ, ਪ੍ਰੋਵਾਈਡ ਕਰਦਾ ਤੁਹਾਨੂੰ ਜਿੰਨੇ ਵੀ ਤੁਹਾਨੂੰ ਏਡਸ ਹੁੰਦੇ ਹੈ, ਠੀਕ ਹੈ, ਏਡਸ ਹੈ ਜਾਂ ਏਡਸ ਔਰ ਇੰਪਲਾਇੰਸਿਸ, ਠੀਕ ਹੈ, ਫॉर द ਡਿਸੇਬਲ ਪਰਸਨਸ, ਕੀ ਕਰਦਾ ਇਹ ਤੁਹਾਨੂੰ ਗ੍ਰਾਂਟਸ ਵਗੈਰਾ ਦਿੰਦਾ ਨੇ SSA, ਠੀਕ ਹੈ, ਕਿ ਸਕੂਲ ਵਿੱਚ ਰੈਂਪ ਬਣੇ, ਠੀਕ ਹੈ, ਇਨਫਰਾਸਟਰਕਚਰ ਦਿੰਦਾ ਕਿ ਜਿਵੇਂ ਬ੍ਰੈਲ ਸਿਸਟਮ ਦੇਤਾ ਕੋਈ, ਠੀਕ ਹੈ, ਜਿਵੇਂ ਅਸਿਸਟਿਵ ਟੈਕਨੋਲੋਜੀਜ਼ ਵਗੈਰਾ ਜਿਹੜੀ ਵੀ ਚੀਜ਼ਾਂ ਹੁੰਦੀਆਂ ਨੇ, ਕਿ ਅਗਰ ਸਪੈਸ਼ਲ ਟੋਇਲਟਸ ਬਣੇ ਸਕੂਲ ਵਿੱਚ, ਠੀਕ ਹੈ, ਔਰ ਅਗਰ ਬੱਚੇ ਨੂੰ ਕੋਈ ਚੱਲਣ ਫਿਰਨ 'ਚ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਵੋਕਰ ਵਗੈਰਾ ਦੇ ਦਿੰਦੇ ਨੇ, ਠੀਕ ਹੈ, ਐਜ ਆ ਚੀਜ਼ ਲਈ ਗ੍ਰਾਂਟਸ ਦਿੰਦੇ ਨੇ ਕਿ ਸੋ ਦੈਟ ਕਿ ਜਿਹੜੇ ਬੱਚਿਆਂ ਲਈ ਬੈਰੀਅਰ ਫਰੀ ਅਸੈਸ ਹੋਵੇ, ਠੀਕ ਹੈ, ਕਿ ਕੋਈ ਵੀ ਇਕੋ ਫਰੈਂਡਲੀ ਨਹੀਂ, ਕਿ ਉਹਨਾਂ ਵਾਸਤੇ ਇੰਕਲੂਸਿਵ ਸੈਟਅਪ ਬਣੇ, ਠੀਕ ਹੈ। ਮੇਨ ਚੀਜ਼ SSA ਦੀ ਇਹ ਸੀ। ਅਗਰ ਤੁਸੀਂ ਇਸਦਾ ਮੇਨ ਵੀ ਮੈਂ ਰੈਫਰੈਂਸ ਦਿੱਤਾ ਬੁੱਕ ਦਾ, ਠੀਕ ਹੈ, ਇਹ ਬੁੱਕ ਦਾ ਰੈਫਰੈਂਸ ਜਿੱਥੋਂ ਮੈਂ ਪੜ੍ਹਾਈ ਹੈ। ਅਗਰ ਤੁਸੀਂ ਫਿਰ ਵੀ ਚਾਹੁੰਦੇ ਹੋ ਤਾਂ ਮੈਂ ਡਿਸਕ੍ਰਿਪਸ਼ਨ ਵਿੱਚ ਆਪਣੇ ਟੈਲੀਗ੍ਰਾਮ ਚੈਨਲ ਦਾ ਲਿੰਕ ਦੇਵਾਂਗੀ, ਤੁਸੀਂ ਅਗਰ ਤੁਹਾਨੂੰ ਚਾਹੀਦਾ ਤਾਂ ਮੈਨੂੰ ਮੈਸੇਜ ਕਰ ਦੇਣਾ ਉਸ 'ਤੇ, ਕਿ ਮੈਂ ਤੁਹਾਨੂੰ ਪ੍ਰੋਪਰ ਇਸਦਾ ਪੂਰੇ ਨੋਟਸ ਦੇ ਦਾਂਗੀ। ਔਰ ਮੈਂ ਥੋੜ੍ਹਾ ਛੋਟਾ ਸ਼ਾਰਟ ਫਾਰਮ ਲਿਖੀ ਹੈ ਕਿ ਤੁਹਾਨੂੰ ਸਮਝਾਉਣ ਵਾਸਤੇ, ਠੀਕ ਹੈ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਕਿ ਕਿਤੇ ਵੀ ਕੋਈ ਚੀਜ਼ ਨਹੀਂ ਸਮਝ ਆਈ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੈਮ ਇਹ ਚੀਜ਼ ਨਹੀਂ ਕਲੀਅਰ ਹੋਈ, ਠੀਕ ਹੈ। ਔਰ ਆਪਣੇ ਅਗਰ ਅਗਰ ਤੁਹਾਡੇ ਕਮੈਂਟਸ ਆਉਣਗੇ, ਤੁਸੀਂ ਅੱਛਾ ਰਿਸਪੌਂਸ ਹੋਏਗਾ ਅਤੇ ਮੈਨੂੰ ਵੀ ਮੋਟੀਵੇਟ ਮਿਲੇਗਾ ਕਿ ਮੈਂ ਹੋਰ ਬੈਟਰ ਪੜ੍ਹਾਵਾਂ, ਠੀਕ ਹੈ। ਅਤੇ ਚਲੋ ਆਪਾਂ ਇਸ ਜਿਹੜਾ ਇਹ ਵਾਲਾ ਯੂਨਿਟ ਹੈ 10 ਯੂਨਿਟ ਇੰਕਲੂਸਿਵ ਵਾਲਾ, ਇਸਦਾ ਤਾਂ ਆਪਾਂ ਪ੍ਰੋਪਰ ਇੱਕ ਥਿਊਰੀ ਕਰੂੰਗੇ, ਠੀਕ ਹੈ, ਕਿ ਤੁਹਾਡੇ 20 ਦੇ 20 ਨੰਬਰਸ ਤੁਹਾਨੂੰ ਪੇਪਰ ਵਿੱਚ ਆਉਣ, ਠੀਕ ਹੈ, ਕਿਉਂਕਿ ਇਸ ਤੋਂ 10 ਕੁਐਸਚਨ ਆਉਣੇ ਆ। 10 ਕੁਐਸਚਨ ਮੀਨਸ ਇੱਕ ਕੁਐਸਚਨ 2 ਨੰਬਰ ਦਾ, ਮਤਲਬ 20 ਕੁਐਸਚਨ 20 ਮਾਰਕਸ, ਔਰ 20 ਮਾਰਕਸ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੇ ਨੇ। ਇੱਕ ਮਾਰਕਸ ਵੀ ਤੁਹਾਡਾ ਪੇਪਰ ਕਲੀਅਰ ਕਰ ਸਕਦਾ, ਇੱਕ ਮਾਰਕਸ ਤੋਂ ਵੀ ਤੁਹਾਡਾ ਪੇਪਰ ਰਹਿ ਜਾਂਦਾ ਅਤੇ ਬਹੁਤ ਇੰਪੋਰਟੈਂਟ ਹੈ, ਠੀਕ ਹੈ। 20 ਮਾਰਕਸ ਦਾ ਮਤਲਬ ਐਵੇਂ ਸਮਝੋ ਤੁਸੀਂ ਕਰਨਾ ਹੀ ਆਪਾਂ। ਹੋਰ ਵੀ ਜਿਹੜੇ ਅੱਗੇ ਯੂਨਿਟਸ ਆਉਣਗੇ ਆਪਾਂ ਉਹਨਾਂ ਦੇ ਚਲੋ MCQ ਕਰਾਂਗੇ, ਠੀਕ ਹੈ, ਬਟ ਉਹਦੀ ਥਿਊਰੀ ਵੀ ਥੋੜ੍ਹੀ ਕਰਦੇ ਰਹਾਂਗੇ, ਕਿ ਐ ਨਹੀਂ ਕਿ ਨਹੀਂ। ਪਰ ਜਿਹਨਾਂ ਦਾ ਹੁਣ ਅਕਤੂਬਰ 'ਚ ਪੇਪਰ ਹੈ
ਮੈਂ ਹੋ ਸਕੇ ਉਹਨਾਂ ਲਈ ਬੈਟਰ ਕਿ ਆਪਾਂ ਉਹਨਾਂ ਲਈ ਜਿਹੜਾ ਬੈਟਰ ਕਰਾਂਗੇ। ਅਗਰ ਜਿਹੜੇ ਨਿਊ ਬੱਚੇ ਆ ਜਿਹੜੇ ਜੂਨ ਲਈ ਪ੍ਰਪੇਅਰ ਕਰਨਗੇ ਜਾਂ ਦਸੰਬਰ ਲਈ ਪ੍ਰਪੇਅਰ ਕਰਨਗੇ ਉਹਨਾਂ ਲਈ ਤਾਂ ਆਪਾਂ ਕਰਦੇ ਹੀ ਰਵਾਂਗੇ। ਬਟ ਜਿਨ੍ਹਾਂ ਦਾ ਅਕਤੂਬਰ 'ਚ ਪੇਪਰ ਹੈ ਸਭ ਨੂੰ ਆਲ ਦਾ ਬੈਸਟ ਹੈ। ਆਪਣੀ ਤਿਆਰੀਆਂ ਫੁੱਲ ਰੱਖੋ। ਅਗਰ ਪੇਪਰ 1 ਦਾ ਵੀ ਤੁਸੀਂ ਚਾਹੁੰਦੇ ਹੋ ਕਿ ਮੈਮ ਅਗਰ ਚਾਹੁੰਦੇ ਹੋ ਤੁਸੀਂ ਥੋੜ੍ਹਾ ਜਿਹਾ ਓਵਰਵਿਊ ਦੇਵਾਂ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ।